ਜਿੰਦਾਬਾਦ ਚੈਨਲ ਦੇਖ ਰਹੇ ਹੋ ਤੁਸੀਂ। ਮੈਂ ਅਮਨਦੀਪ ਸਿੰਘ ਗੜੀ ਦਿੱਲੀ ਦੀਆਂ ਪਲ-ਪਲ ਦੀਆਂ ਅਪਡੇਟਸ, ਪਲ-ਪਲ ਦੀਆਂ ਖਬਰਾਂ ਤੁਹਾਨੂੰ ਦੇ ਰਹੇ ਆ। ਮੋਰਚਾ ਵੀ ਜਿਹੜਾ ਆ ਜਿੱਤਿਆ ਗਿਆ। ਜਿਹੜੀ ਵੱਡਾ ਯੋਗਦਾਨ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੇ ਅਗਵਾਈ ਕੀਤੀ ਮੋਹਰੇ ਤੇ ਮੋਰਚਾ ਜਿੱਤਿਆ ਗਿਆ। ਵੱਡੇ ਗਿਣਤੀ ਵਿੱਚ ਲੋਕ ਜਿਹੜੇ ਆ ਪੂਰੇ ਭਾਰਤ ਵਿੱਚੋਂ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ, ਹਰਿਆਣਾ ਜੁੜਿਆ, ਨਾਲ ਰਾਜਸਥਾਨ ਜੁੜਿਆ, ਪੂਰੇ ਭਾਰਤ ਵਿੱਚੋਂ ਫਿਰ ਲੋਕ ਇਕੱਠੇ ਹੋਏ ਤਾਂ ਇੱਕ ਇਤਿਹਾਸ ਜਿਹੜਾ ਆ ਬਣ ਗਿਆ ਇਸ ਮੋਰਚੇ ਦਾ। ਗੱਲ ਕਰਨਾ ਚਾਹੁੰਦੇ ਮੋਰਚਾ ਜਿੱਤਣ ਦੀ ਜਿੰਨੀ ਖੁਸ਼ੀ ਆ ਉੱਥੇ ਹੀ ਉਨੀ ਜਿਹੜੀ ਗਮ ਕਹਿ ਸਕਦੇ ਆਪਾਂ ਕਿ ਉਹਨਾਂ ਲੋਕਾਂ ਦਾ ਜਿਹੜੇ ਲੋਕ ਇੱਥੇ ਸ਼ਹਾਦਤਾਂ ਪਾ ਗਏ, ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਦੁਬਾਰਾ ਕਦੇ ਮੁੜ ਕੇ ਨਹੀਂ ਆਣੇ, ਉਹਨਾਂ ਪਰਿਵਾਰਕ ਲਈ ਵੀ ਬਹੁਤ ਵੱਡਾ ਇੱਕ ਸੋਗ ਦਾ ਦਿਨ ਹੈਗਾ। ਸੋ ਅੱਜ ਸਾਡੇ ਨਾਲ ਬਾਪੂ ਹਰਦੀਪ ਸਿੰਘ ਡਿਬੜਵਾ ਜੀ ਜੁੜੇ ਹੋਏ ਨੇ। ਦੱਸ ਦੇਣਾ ਚਾਹੁੰਦੇ ਆ ਕਿ ਇਹਨਾਂ ਦੇ ਜਿਹੜੇ ਆ ਪੋਤੇ ਨਵਰੀਤ ਸਿੰਘ ਡਿਬੜਵਾ ਉਹ ਵੀ ਇਸ ਮੋਰਚੇ ਦੇ ਵਿੱਚ ਜਿਹੜੀ ਆਪਣੀ ਸ਼ਹਾਦਤ ਪਾ ਚੁੱਕੇ ਨੇ। ਸੋ ਆਪਾਂ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦਾ ਕਿਸ ਤਰ੍ਹਾਂ ਦਾ ਤਜਰਬਾ ਹੈ। ਕਿਉਂਕਿ ਜੇ ਦੱਸ ਦੇਣਾ ਚਾਹੁੰਦੇ ਆ ਕਿ ਇਹਨਾਂ ਨੇ ਮੋਰਚੇ ਨੂੰ ਨੇੜਿਓਂ ਦੇਖਿਆ ਆ, ਸਿਆਸੀ ਸਮਝ ਵੀ ਰੱਖਦੇ ਆ, ਸਿੱਖ ਇਤਿਹਾਸਕਾਰੀਆਂ ਵੀ ਕੀਤੀਆਂ, ਕਈ ਕਿਤਾਬਾਂ ਵੀ ਲਿਖੀਆਂ। ਸਭ ਤੋਂ ਪਹਿਲਾਂ ਬਾਪੂ ਜੀ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਮੋਰਚਾ ਜਿੱਤਿਆ ਗਿਆ, ਲੋਕ ਆਏ ਮੋਰਚੇ ਵਿੱਚ, ਪਹਿਲਾਂ ਆਉਂਦੇ ਰਹੇ ਜਾਂਦੇ ਰਹੇ। ਹੁਣ ਲੋਕਾਂ ਨੇ ਪੱਕੇ ਤੌਰ 'ਤੇ ਆਪਣੇ ਘਰਾਂ 'ਚ ਜਾਣਾ ਹੈ ਕਿਉਂਕਿ ਮੋਰਚੇ ਦਾ ਫਾਈਨਲ ਜਿਹੜਾ ਕਾਲੇ ਕਾਨੂੰਨ ਸੀ ਉਹ ਰੱਦ ਕਰ ਦਿੱਤੇ। ਮਤਲਬ ਜਿਹੜਾ ਕਹਿ ਸਕਦੇ ਕਿ ਮੋਦੀ ਦੀ ਧੌਣ ਵਿੱਚ ਜਿਹੜਾ ਕਿੱਲਾ ਅੜਿਆ ਸੀ ਉਹ ਲੋਕਾਂ ਨੇ ਕੱਢ ਕੇ ਦਿਖਾ ਦਿੱਤਾ ਜੀ। ਪਰ ਜਿਹੜੇ ਸ਼ਹਾਦਤਾਂ ਜਿਨ੍ਹਾਂ ਦੀਆਂ ਹੋ ਚੁੱਕੀਆਂ, ਉਹ ਜਿਹੜੇ ਉਹਨਾਂ ਦੇ ਪਰਿਵਾਰ ਬੈਠੇ ਉਹ ਆਪਣੇ ਬੱਚਿਆਂ ਨੂੰ ਜਾਂ ਜਿਨ੍ਹਾਂ ਦੇ ਬਜ਼ੁਰਗ ਆ ਉਹਨਾਂ ਨੂੰ ਦੇਖੂਗੇ। ਅਤੇ ਇੱਕ ਉਹਦੇ ਵਿੱਚ ਆਪਣਾ ਵੀ ਇੱਕ ਨੌਜਵਾਨ ਸੀਗਾ, ਤੁਹਾਡਾ ਇਹ ਪੋਤਾ ਜੀ ਸੀ ਨਵਰੀਤ ਸਿੰਘ ਜੀ, ਉਹਨਾਂ ਦੀ ਵੀ ਸ਼ਹਾਦਤ ਹੋਈ ਆ। ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ, ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਜੀ? ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦਾ ਮੈਂ ਸ਼ੁਕਰੀਆ ਗੁਰੂ ਨਾਨਕ ਸਾਹਿਬ ਦਾ ਅਦਾ ਕਰੂੰਗਾ ਕਿ ਜਿਹੜੀ ਇਹ ਅੰਦੋਲਨ ਦੀ ਜਿਹੜੀ ਜਿੱਤ ਹੋਈ ਆ ਇਹ ਗੁਰੂ ਨਾਨਕ ਸਾਹਿਬ ਦੀ ਵਜ੍ਹਾ ਨਾਲ ਹੋਈ ਆ। ਉਹਨਾਂ ਦਾ ਸਿਰ 'ਤੇ ਹੱਥ ਰਿਹਾ। ਕੌਮ ਨੂੰ ਜੇ ਕੋਈ, ਮੈਂ ਇਹ ਸਮਝਦਾ ਵੀ ਜੇ ਕੌਮ ਇੱਥੇ ਬੈਠੀ ਰਹੀ, ਕਿਸੇ ਸਿਰੜ ਨਾਲ ਬੈਠੀ ਰਹੀ, ਤੇ ਇੱਕ ਭਰੋਸਾ ਸੀ ਕਿ ਇਸ ਮੋਰਚੇ ਦੀ ਅਗਵਾਈ ਗੁਰੂ ਨਾਨਕ ਦੇਵ ਜੀ ਆਪ ਕਰ ਰਹੇ ਨੇ, ਇਸ ਲਈ ਸਾਡੀ ਕੰਡ ਨਹੀਂ ਲੱਗਦੀ। ਅਤੇ ਉਹਨਾਂ ਨੇ ਕੰਡ ਲੱਗਣ ਵੀ ਨਹੀਂ ਦਿੱਤੀ। ਬਾਕੀ ਇਹ ਆ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਮੋਰਚੇ ਬਾਰੇ, ਜੇ ਮੈਂ ਆਪਣਾ ਨਜ਼ਰੀਆ ਜਦੋਂ ਮੈਂ ਪੇਸ਼ ਕਰੂੰਗਾ, ਮੈਨੂੰ ਇੰਝ ਲੱਗਦਾ ਕਿ ਜਿਹੜੀਆਂ ਸਾਨੂੰ ਅੱਜ ਲੱਗਦੀਆਂ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ। ਅਤੇ ਜਿੱਡਾ ਵੱਡਾ ਮੋਰਚੇ ਦਾ ਕੱਦ ਸੀਗਾ, ਜਿੱਡੀ ਵੱਡੀ ਮੋਰਚੇ ਨੂੰ ਵਿਸ਼ਵ ਲੈਵਲ 'ਤੇ ਵਿਸ਼ਵ ਪੱਧਰ 'ਤੇ ਜਿਹੜੀ ਮਾਨਤਾ ਮਿਲੀ ਸੀ, ਪੂਰੀ ਦੁਨੀਆ ਮੋਰਚੇ ਦੇ ਨਾਲ ਖੜੀ ਸੀ, ਸਰਕਾਰਾਂ ਖੜੀਆਂ ਸੀ ਬਾਹਰਲੀਆਂ, ਦੇਸ਼ ਅੰਦਰ ਬਹੁਤ ਵੱਡਾ ਮੋਰਚੇ ਨੂੰ ਹੁੰਗਾਰਾ ਮਿਲਿਆ। ਪਰ ਉਸ ਨੂੰ ਜਦੋਂ ਅਸੀਂ ਸਾਰੇ ਨੂੰ ਕੈਲਕੂਲੇਟ ਕਰਾਂਗੇ ਨਾ ਤਾਂ ਅਸੀਂ ਕੁਛ ਵੀ ਹਾਸਲ ਨਹੀਂ, ਕਿਉਂਕਿ ਬੇਸ਼ੱਕ ਇਹ ਸੱਚ ਹੈ ਕਿ ਮੋਰਚਾ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਅਤੇ ਕਿਸਾਨੀ ਮੰਗਾਂ ਤੱਕ ਹੀ ਸੀਮਿਤ ਰਹਿ ਕੇ ਖਤਮ ਹੋ ਗਿਆ। ਪਰ ਇਹ ਸਾਡੀਆਂ ਸਟੇਜਾਂ 'ਤੇ ਅਕਸਰ ਕਿਹਾ ਗਿਆ ਕਿ ਹੁਣ ਇਹ ਮੋਰਚਾ ਜਿਹੜਾ ਸਿਰਫ ਕਿਸਾਨੀ ਮੰਗਾਂ ਦਾ ਨਹੀਂ ਹੈ, ਇਹ ਪੂਰੇ ਭਾਰਤ ਦਾ ਮੋਰਚਾ ਹੈ ਅਤੇ ਭਾਰਤ ਦੇ ਲੋਕਾਂ ਦਾ ਮੋਰਚਾ ਹੈ। ਅਤੇ ਦੇਸ਼ ਦੇ ਅੰਦਰ ਜਿਹੜੀਆਂ ਭਾਰਤ ਦੀਆਂ ਸਮੱਸਿਆਵਾਂ ਲੋਕਾਂ ਦੀਆਂ, ਉਹਨਾਂ ਸਮੱਸਿਆਵਾਂ ਨੂੰ ਐਡਰੈਸ ਕਰਦਾ ਮੋਰਚਾ। ਪਰ ਕੀਤਾ ਨਹੀਂ, ਮਤਲਬ ਕੀਤਾ ਤਾਂ ਇੱਥੋਂ ਤੱਕ ਇੱਕ ਸਟੈਪ ਵੀ ਅੱਗੇ ਨਹੀਂ ਵਧੇ ਗਏ ਵੀ ਅਸੀਂ ਸਟੇਜ 'ਤੇ ਨਾਅਰਾ ਲਾਉਂਦੇ ਰਹੇ, ਨੌਜਵਾਨ ਮਤਲਬ ਕਿਸਾਨ ਮਜ਼ਦੂਰ ਜਿੰਦਾਬਾਦ, ਏਕਤਾ ਜਿੰਦਾਬਾਦ। ਅਸੀਂ ਮਜ਼ਦੂਰਾਂ ਦੇ ਨਾਂ 'ਤੇ ਨਾਅਰਾ ਤਾਂ ਲਾਇਆ ਪਰ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ। ਮਜ਼ਦੂਰਾਂ ਦਾ ਜਿਹੜੇ ਮਸਲੇ ਆ, ਲੇਬਰ ਲਾਜ਼ ਹੈਗੇ ਜਿਹੜੇ ਮਜ਼ਦੂਰਾਂ ਦੇ ਖਿਲਾਫ ਬਣੇ ਹੋਏ ਆ, ਉਹਨਾਂ ਦੀ ਆਈ ਥਿੰਕ ਗੱਲ ਤਾਂ ਉਹਨਾਂ ਦਾ ਕੋਈ ਹੱਲ ਕਰਨ ਬਾਰੇ ਤਾਂ ਕੋਈ ਗੱਲ ਨਹੀਂ ਹੋਈ ਹੁਣ ਤੱਕ। ਮੈਂ ਇਹੀ ਕਹਿਣਾ ਵੀ ਅਸੀਂ ਇੰਨੇ ਮਤਲਬ ਸਾਡੀ ਲੀਡਰਸ਼ਿਪ, ਮੈਂ ਉਸ ਨੂੰ ਜੇ ਕਹਾਂ ਕਿ ਇੰਨੀ ਬਾਉਣੀ ਲੀਡਰਸ਼ਿਪ ਸੀਗੀ ਜਿਹੜੀ ਨਾ ਇਸ ਚੀਜ਼ ਨੂੰ ਸਮਝ ਨਹੀਂ ਸਕੀ ਕਿ ਉਹ ਅੱਜ ਕਿਸ ਪਲੇਟਫਾਰਮ 'ਤੇ ਖੜ੍ਹੇ ਨੇ ਔਰ ਉਹਨਾਂ ਦਾ ਕੱਦ ਕਿੰਨਾ ਵੱਡਾ ਦੁਨੀਆ ਦੀ ਨਜ਼ਰ ਵਿੱਚ। ਅਤੇ ਇਹੀ ਵਜ੍ਹਾ ਰਹੀ ਕਿ ਉਹ ਮਤਲਬ ਜੇ ਮੈਨੂੰ ਇੰਝ ਲੱਗਦਾ ਸੀ ਜਿਵੇਂ ਨਾ ਕੋਈ ਲਿਖੀ ਹੋਈ ਸਕ੍ਰਿਪਟ 'ਤੇ ਜਿਵੇਂ ਕੰਮ ਹੋ ਰਿਹਾ ਹੁੰਦਾ, ਅੰਦੋਲਨ ਨਹੀਂ ਲੜਿਆ ਜਾ ਰਿਹਾ। ਔਰ ਮੇਰੀ ਇਹੀ ਲੜਾਈ ਰਹੀ ਅਪ੍ਰੈਲ ਤੋਂ ਬਾਅਦ ਇਹਨਾਂ ਨਾਲ ਵੀ ਤੁਸੀਂ ਜੋ ਮੋਰਚੇ ਦੀ ਮੰਗ ਆ, ਜੋ ਮੋਰਚਾ ਚਾਹੁੰਦਾ ਹੈ, ਉਹ ਤੁਸੀਂ ਨਹੀਂ ਕਰ ਰਹੇ। ਕਿਉਂਕਿ ਸਾਡੀ ਲੜਾਈ ਹੈ ਦਿੱਲੀ ਨਾਲ, ਤੁਸੀਂ ਦਿੱਲੀ ਵਾਲਿਆਂ ਨਾਲ ਲੜਨ ਦੀ ਗੱਲ ਹੀ ਨਹੀਂ ਕਰਦੇ। ਤੁਸੀਂ ਮੋਰਚੇ ਨੂੰ, ਹੁਣ ਤੁਸੀਂ ਪੰਜਾਬ 'ਚ ਜਿਹੜੀਆਂ ਮਹਾਂਪੰਚਾਇਤਾਂ ਹੋਈਆਂ, ਪੰਜਾਬ 'ਚ ਲੋੜ ਸੀ ਕਿਸੇ ਮਹਾਂਪੰਚਾਇਤ ਦੀ? ਵੀ ਮਹਾਂਪੰਚਾਇਤ ਦਾ ਮਤਲਬ ਇਹ ਲੋਕਾਂ ਨੂੰ ਜਾਗਰੂਕ ਕਰਨਾ, ਲੋਕਾਂ ਨੂੰ ਦੱਸਣਾ ਵੀ ਉੱਥੇ ਮੋਰਚਾ ਦਿੱਲੀ ਲੱਗਿਆ ਹੋਇਆ, ਉਹਨਾਂ ਨੂੰ ਪਤਾ ਲੱਗ ਜੇ ਵੀ ਮੋਰਚਾ ਲੱਗਿਆ। ਕਿ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਨਹੀਂ ਸੀਗਾ ਕਿ ਮੋਰਚਾ ਦਿੱਲੀ ਲੱਗਿਆ ਹੋਇਆ। ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਵੀ ਲੋਕਾਂ ਦਾ ਜਿਹੜਾ
ਲੋਕਾਂ ਦੀ ਊਰਜਾ ਦੁਸ਼ਮਣ ਕੀ ਚਾਹੁੰਦਾ ਹੁੰਦਾ ਵੀ ਜਿਹੜਾ ਮੇਰੇ ਖਿਲਾਫ ਲੜ ਰਿਹਾ ਉਹਦੀ ਊਰਜਾ ਐਨਰਜੀ ਇੰਨੀ ਲਵਾ ਦਿੱਤੀ ਜਾਵੇ ਵੀ ਉਹਨੂੰ ਥਕਾ ਦਿੱਤਾ ਜਾਵੇ। ਤੇ ਜਿਹੜਾ ਲੜ ਰਿਹਾ ਹੁੰਦਾ ਉਹ ਜੇ ਇੱਕ ਸਹੀ ਕਮਾਂਡਰ ਹੈ ਜਿਹੜਾ ਉਹਦੀ ਸਟ੍ਰੈਟਜੀ ਇਹ ਹੁੰਦੀ ਹੈ ਵੀ ਮੈਂ ਆਪਦੇ ਲੋਕਾਂ ਦੀ ਊਰਜਾ ਬਚਾ ਕੇ ਰੱਖਣੀ ਹੈ, ਜਿੱਥੇ ਮੇਰੇ ਊਰਜਾ ਦੀ ਲੋੜ ਪਊਗੀ ਮੈਂ ਉਹਨੂੰ ਉੱਥੇ ਝੁਕੂੰਗਾ। ਟੋਟਲ ਮਤਲਬ ਹੈ ਫੇਲੀਅਰ ਸੀਗਾ ਇਸ ਮਾਮਲੇ 'ਚ ਵੀ ਤੁਸੀਂ ਹਰ ਜ਼ਿਲ੍ਹੇ ਦੇ ਵਿੱਚ ਭਜਾਈ ਫਿਰੇ, ਪੰਜਾਬ 'ਚ ਹਰਿਆਣੇ 'ਚ ਲੋਕਾਂ ਨੂੰ ਭਜਾਈ ਫਿਰੇ, ਤੁਸੀਂ ਮੁਜ਼ੱਫਰਨਗਰ ਲੈ ਗਏ, ਤੁਸੀਂ ਕਲਕੱਤੇ ਲੈ ਗਏ, ਤੁਸੀਂ ਲਖਨਊ ਲੈ ਗਏ, ਤੁਸੀਂ ਮਤਲਬ ਪਿੰਡ ਪੱਧਰ 'ਤੇ ਦੁਸ਼ਮਣੀਆਂ ਵੀ ਲੋਕਾਂ ਦੀਆਂ ਪਵਾਤੀਆਂ। ਅਤੇ ਜਿਹੜਾ ਸਾਡਾ ਦੁਸ਼ਮਣ ਸੀ ਅਸਲੀ, ਜਿਹੜਾ ਸਾਡਾ ਕਾਤਲ ਸੀਗਾ, ਉਹਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ ਤੁਸੀਂ। ਠੀਕ ਹੈ, ਇਹ ਸਾਰੀਆਂ ਗੱਲਾਂ ਤਾਂ ਸੀਗੀਆਂ ਮੋਰਚੇ ਦੇ ਲੀਡਰਾਂ ਦੇ ਸੰਬੰਧ ਵਿੱਚ, ਜਿਹੜੀ ਮੇਰੀ ਰਾਏ ਸੀ ਵੀ ਇਹ ਮੋਰਚਾ ਲੜ ਨਹੀਂ ਰਹੇ, ਇੱਕ ਕੋਈ ਸਕ੍ਰਿਪਟ ਆ ਜਿਹੜੀ ਇਹਨਾਂ ਕੋਲ ਆਉਂਦੀ ਆ ਉਸ 'ਤੇ ਇਹ ਕੰਮ ਕਰਦੇ। ਔਰ ਜੇ ਹੁਣ ਅੱਜ ਇਹ ਹੁਣ ਕਹਿੰਦੇ ਆ ਵੀ ਸਾਨੂੰ ਪੁੱਛਿਆ ਨਹੀਂ, ਬਿਨਾਂ ਪੁੱਛਿਆ ਐਲਾਨ ਕਰਤਾ। ਉਹਦੀ ਹਿੰਮਤ ਹੈਗੀ ਸੀ ਬਿਨਾਂ ਪੁੱਛੇ ਐਲਾਨ ਕਰ ਦਿੰਦਾ ਜੇ ਤੁਸੀਂ ਮੋਰਚੇ ਦੇ ਲੀਡਰ ਹੁੰਦੇ ਤਾਂ। ਜੇ ਉਹਨੂੰ ਪਤਾ ਹੁੰਦਾ ਵੀ ਆਹ ਸਾਰਾ ਜਿਹੜਾ ਤਾਮ ਜਾਮ ਆ, ਜਿਹੜਾ ਸਾਰਾ ਪੰਜਾਬ ਜਾਂ ਸਾਰਾ ਦੇਸ਼ ਮੋਰਚੇ ਦੇ ਆਗੂਆਂ ਦੇ ਮਗਰ ਖੜਾ ਹੈ, ਅਤੇ ਉਹ ਇਹਨਾਂ ਨੂੰ ਪਾਸੇ ਰੱਖ ਕੇ ਕੋਈ ਸਿੱਧੀ ਗੱਲ ਕਰ ਸਕਦਾ ਸੀ? ਵੀ ਉਹਨੂੰ ਇਹਨਾਂ ਦਾ ਪਤਾ ਹੋਣਾ ਸੀ ਵੀ ਜਿਹੜੇ ਲੋਕ ਮੋਰਚੇ ਦੇ ਲੀਡਰਾਂ ਨਾਲ ਖੜੇ ਹੋ ਮੇਰੀ ਗੱਲ ਨਾ ਮੰਨਣਗੇ ਤਾਂ ਫਿਰ ਮੈਂ ਕੀ ਕਰੂੰਗਾ। ਪਰ ਉਹਨੂੰ ਪਤਾ ਸੀਗਾ ਵੀ ਮੋਰਚੇ ਦੇ ਲੀਡਰਾਂ ਨੂੰ ਮੋਰਚੇ ਦੇ ਲੀਡਰ ਲੋਕਾਂ ਨਾਲ ਟੁੱਟੇ ਹੋਏ, ਇਸ ਕਰਕੇ ਉਹਨੇ ਕਰਤਾ। ਫਿਰ ਸਭ ਤੋਂ ਵੱਡੀ ਗੱਲ ਵੀ ਮੋਰਚਾ ਪੰਜਾਬ ਤੋਂ ਸ਼ੁਰੂ ਹੋਇਆ, ਔਰ ਮੋਰਚੇ ਦੀ ਅਗਵਾਈ ਜਿਹੜੀ ਸੀ ਪੰਜਾਬ ਨੇ ਕੀਤੀ, ਖਾਸ ਕਰ ਸਿੱਖਾਂ ਨੇ ਕੀਤੀ। ਠੀਕ ਹੈ, ਇਹ ਜੋ ਮਰਜ਼ੀ ਉਹਦੇ 'ਤੇ ਕਹੀ ਜਾਣ, ਇਹ ਜੀ ਕਿਸਾਨੀ ਅੰਦੋਲਨ ਸੀ, ਇਹ ਸਭ ਧਰਮਾਂ ਦਾ ਅੰਦੋਲਨ ਸੀ, ਇਹ ਸਭ ਫਿਰਕਿਆਂ ਦਾ ਕਿਸਾਨਾਂ ਦਾ ਅੰਦੋਲਨ ਸੀ, ਮੰਨਦੇ ਆ ਇਸ ਗੱਲ ਨੂੰ, ਕੋਈ ਨਕਾਰਦਾ ਨਹੀਂ ਹੈਗਾ। ਪਰ ਅੰਦੋਲਨ ਦੀ ਜਿਹੜੀ ਰੀੜ ਸੀਗੀ, ਜਿਹੜਾ ਅੰਦੋਲਨ ਦੇ ਸਾਹਮਣੇ ਫਰੰਟ ਫੁੱਟ 'ਤੇ ਲੜ ਰਹੀ ਤਾਕਤ ਸੀ, ਉਹ ਕੌਣ ਸੀ? ਉਹ ਤਾਂ ਸਿੱਖ ਹੀ ਸੀ ਨਾ। ਔਰ ਉਹਨਾਂ ਦੇ ਪਿੱਛੇ, ਸਿੱਖਾਂ ਦੇ ਪਿੱਛੇ ਜਜ਼ਬਾ ਕੀ ਸੀਗਾ? ਸਿੱਖ ਇਤਿਹਾਸ ਹੀ ਸੀਗਾ ਨਾ। ਜੇ ਉਹ ਸਿੱਖ ਆਪਣੇ ਇਤਿਹਾਸ ਨਾਲ ਖੜ ਕੇ ਲੜ ਰਹੇ ਸੀਗੇ ਔਰ ਦੁਨੀਆ ਉਸ ਨੂੰ ਸਵੀਕਾਰ ਕਰ ਰਹੀ ਸੀ, ਅਤੇ ਫਿਰ ਸਾਡੀ ਲੀਡਰਸ਼ਿਪ ਨੂੰ ਸਿੱਖਾਂ ਤੋਂ ਕਿਉਂ ਪ੍ਰੋਬਲਮ ਸੀ? ਜਿਨ੍ਹਾਂ ਨੂੰ ਸਾਡੇ ਨਾਅਰਿਆਂ ਤੋਂ ਪ੍ਰੋਬਲਮ ਸੀ, ਜਿਨ੍ਹਾਂ ਨੂੰ ਸਾਡੇ ਜਕਾਰਿਆਂ ਤੋਂ ਪ੍ਰੋਬਲਮ ਸੀ, ਜਿਨ੍ਹਾਂ ਨੂੰ ਸਾਡੇ ਕੇਸਰੀ ਨਿਸ਼ਾਨਾਂ ਤੋਂ ਪ੍ਰੋਬਲਮ ਸੀ, ਜਿਨ੍ਹਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਤੋਂ ਪ੍ਰੋਬਲਮ ਸੀ। ਅਤੇ ਹੁਣ ਮੈਂ ਕੱਲ੍ਹ ਪਰਸੋਂ ਰਾਜੇਵਾਲ ਸਾਹਿਬ ਦੀ ਸੁਣ ਰਿਹਾ ਸੀ ਇੰਟਰਵਿਊ, ਉਹ ਕਹਿੰਦਾ ਵੀ ਮੋਦੀ ਸਾਡਾ ਇਤਿਹਾਸ ਨਹੀਂ ਜਾਣਦਾ। ਜੇ ਮੋਦੀ ਸਾਡਾ ਇਤਿਹਾਸ ਜਾਣਦਾ ਨਾ ਤਾਂ ਫਿਰ ਉਹ ਇੰਨੀ ਲੰਮੀ ਲੜਾਈ ਨਹੀਂ ਸੀ ਲੜ ਸਕਦਾ ਸਾਡੇ ਨਾਲ। ਹੁਣ ਉਹਨੂੰ ਸਾਡੇ ਇਤਿਹਾਸ ਦੀ ਸਮਝ ਆਈ। ਉਹ ਕਿਹੜੇ ਇਤਿਹਾਸ ਦੀ ਗੱਲ ਕਰਦਾ? ਤੂੰ ਤਾਂ ਇਤਿਹਾਸ ਨਾਲ ਖੜਾ ਹੀ ਨਹੀਂ ਹੋਇਆ। ਸਾਡਾ ਇਤਿਹਾਸ ਹੈ ਨਾ, ਤੁਸੀਂ ਸਟੇਜਾਂ 'ਤੇ ਤੁਹਾਡੇ ਇੱਥੇ ਖੜ੍ਹ ਕੇ ਸੁਣਾਉਂਦੇ ਰਹੇ ਵੀ ਸਾਡਾ ਇਤਿਹਾਸ, ਅਸੀਂ 18 ਵਾਰ ਦਿੱਲੀ ਫਤਿਹ ਕੀਤੀ, ਅਸੀਂ ਲਾਲ ਕਿਲ੍ਹੇ 'ਤੇ ਝੰਡਾ ਚਲਾਇਆ। ਅਤੇ ਜਿੱਦਣ ਕੌਮ ਨੇ ਆਪਣਾ ਇਤਿਹਾਸ ਦੁਹਰਾਇਆ, ਦਿੱਲੀ ਲਾਲ ਕਿਲ੍ਹੇ 'ਤੇ ਗਈ ਔਰ ਤੁਹਾਡੀ ਕਾਲ 'ਤੇ ਗਈ, ਤੁਸੀਂ ਕਿਹਾ ਅਸੀਂ ਦਿੱਲੀ ਜਾਣਾ, ਅਸੀਂ ਦਿੱਲੀ ਲਾਲ ਕਿਲ੍ਹੇ 'ਤੇ ਮਾਰਚ ਕਰਨਾ, ਅਸੀਂ ਝੰਡਾ ਚੜ੍ਹਾਉਣਾ ਦਿੱਲੀ। ਅਤੇ ਤੁਹਾਡੀ ਕਾਲ 'ਤੇ ਜਿਨ੍ਹਾਂ ਨੇ ਝੰਡਾ ਚੜ੍ਹਾਇਆ ਉਹਨਾਂ ਨੂੰ ਤੁਸੀਂ ਗਦਾਰ ਕਹਿ ਤਾ। ਤੁਸੀਂ ਉਹਨਾਂ ਨੂੰ ਕਿਹਾ ਸ਼ਰਾਰਤੀ ਅਨਸਰ ਨੇ, ਤੁਸੀਂ ਕਿਹਾ ਇਹ ਸਾਡੇ ਹੀ ਨਹੀਂ। ਇੱਥੋਂ ਤੱਕ ਤੁਸੀਂ ਕਹਿ ਤਾ ਵੀ ਜਿਨ੍ਹਾਂ 'ਤੇ ਪੁਲਿਸ ਕੇਸ ਹੋਏ ਨੇ ਦਿੱਲੀ ਦੇ ਵਿੱਚ ਇਸ 26 ਜਨਵਰੀ ਨੂੰ, ਤੁਸੀਂ ਕਿਹਾ ਜੀ ਇਹ ਪੁਲਿਸ ਮੈਟਰ ਹੈ। ਇਹ ਪੁਲਿਸ ਮੈਟਰ ਕਿਵੇਂ ਸੀ ਬਈ? ਤੁਹਾਡਾ ਮੈਟਰ ਕਿਉਂ ਨਹੀਂ ਸੀ ਜਿਨ੍ਹਾਂ ਦੀ ਕਾਲ 'ਤੇ ਇਹ ਸਭ ਕੁਛ ਹੋਇਆ? ਇਹ ਸਾਰੇ ਸਵਾਲ ਹੁੰਦੇ ਸੀ ਮੇਰੇ ਇਹਨਾਂ ਦੇ ਸਾਹਮਣੇ। ਮੈਂ ਫਿਰ ਇਹ ਗੱਲ ਜਦੋਂ ਕਹਿੰਦਾ ਸੀ ਨਾ, ਫਿਰ ਇਹਨਾਂ ਕੋਲ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ, ਅੱਜ ਵੀ ਹੈ ਨਹੀਂ ਗਾ। ਹੁਣ ਕਿਸ ਤਰ੍ਹਾਂ ਦਾ ਮਤਲਬ ਵਿਹਾਰ ਹੈਗਾ ਆ? ਹੁਣ ਦੁਬਾਰਾ ਤੁਹਾਡੀ ਕੋਈ ਸੰਯੁਕਤ ਮੋਰਚੇ ਦੇ ਕਿਸਾਨਾਂ ਦੇ ਨਾਲ, ਲੀਡਰਸ਼ਿਪ ਦੇ ਨਾਲ ਕੋਈ ਗੱਲਬਾਤ ਹੋਈ ਹੈ? ਕਿਉਂਕਿ ਜੋ ਬਣਦਾ ਮਾਣ ਤੁਹਾਨੂੰ ਦੇਣਾ ਚਾਹੀਦਾ ਸੀ ਉਹ ਲੋਕਾਂ ਨੂੰ ਪਤਾ ਹੈ ਕਿ ਉਹ ਨਹੀਂ ਮਿਲ ਰਿਹਾ ਜੀ। ਅਤੇ ਮੈਨੂੰ ਮਾਣ ਲੋਕਾਂ ਨੇ ਦਿੱਤਾ, ਮੈਨੂੰ ਇਹਨਾਂ 4 ਬੰਦਿਆਂ ਨੇ ਨਹੀਂ ਦਿੱਤਾ, ਅਤੇ ਉਹਦੇ ਨਾਲ ਕੀ ਫਰਕ ਪੈਂਦਾ? ਠੀਕ ਹੈ ਨਾ। ਮੈਂ ਕਦੀ ਇਹ ਕੋਸ਼ਿਸ਼ ਵੀ ਨਹੀਂ ਕੀਤੀ, ਮੈਨੂੰ ਬਹੁਤ ਇਹਨਾਂ ਨਾਲ ਬਹਿਣ 'ਚ ਇੰਟਰਸਟ। ਜੇ ਤੱਕ ਕਿਸੇ ਨਾਲ ਤਾਂ ਵਿਆਹ ਜਾਵੇ ਨਾ, ਜੇ ਬੰਦੇ ਮੈਨੂੰ ਹੋਵੇ ਵੀ ਇਹ ਇੰਡੀਪੈਂਡੈਂਟ ਥੋਟ ਰੱਖਦੇ ਆ, ਜਿਹੜੀ ਮੈਂ ਇਹਨਾਂ ਨੂੰ ਗੱਲ ਕਹੂੰਗਾ ਉਸ ਨੂੰ ਇਮਾਨਦਾਰੀ ਨਾਲ ਉਸੇ ਸੰਦਰਭ ਵਿੱਚ ਇਹ ਕਰਨ। ਇਹਨਾਂ ਦਾ ਤਾਂ ਆਪਣਾ ਕੋਈ ਥੋਟ ਹੀ ਹੈ ਨਹੀਂ ਸੀ, ਕਿਤੇ ਅੰਗੇਜ ਸੀਗੇ ਕਿਤੇ ਬੰਦੇ। ਜਿਹੜੇ ਬੰਦੇ ਕਿਤੇ ਅੰਗੇਜ ਆ ਉਹਨਾਂ ਨਾਲ ਤੁਸੀਂ ਇੰਡੀਪੈਂਡੈਂਟ ਬਹਿ ਕੇ ਕੋਈ ਗੱਲ ਕਰੋਗੇ ਉਹਦਾ ਮਤਲਬ ਕੀ ਰਹਿ ਜਾਂਦਾ? ਮੈਂ ਨਾ ਤਾਂ ਇਹਨਾਂ ਦੇ ਸਟੇਜ 'ਤੇ ਜਾਣ ਦੀ ਕੋਈ ਬਹੁਤ ਜ਼ਿਆਦਾ ਕਦੀ ਕੋਸ਼ਿਸ਼ ਕੀਤੀ। ਮੇਰੇ ਖਿਆਲ ਮੈਂ 26 ਅਪ੍ਰੈਲ ਨੂੰ ਇਹਨਾਂ ਦੀ ਸਟੇਜ ਤੋਂ ਇੱਕ ਵਾਰੀ ਬੋਲਿਆ ਸੀ, 26 ਮਾਰਚ। ਉਸ ਤੋਂ ਬਾਅਦ ਮੈਂ ਮੁੜ ਕੇ ਵੀ ਨਹੀਂ ਵੇਖਿਆ ਇਹਨਾਂ ਦੀ ਸਟੇਜ ਵੱਲ। ਔਰ ਬਹੁਤ ਸਾਰੇ ਲੋਕ ਜਿਹੜੇ ਮਤਲਬ ਜਿਹੜੇ ਅੱਜ ਆਪਣੇ ਆਪ ਨੂੰ ਕਹਿੰਦੇ ਅਸੀਂ ਬਹੁਤ ਵੱਡਾ ਸੰਘਰਸ਼ ਲੜਿਆ, ਅਸੀਂ ਚਿਹਰੇ ਹਾਂ ਸੰਘਰਸ਼ ਦੇ,
ਉਹ ਇਸ ਲਾਲਚ ਨੂੰ ਹੀ ਝੂਠ ਨੂੰ ਸੱਚ ਕਹਿੰਦੇ ਰਹੇ ਕਿ ਜੇ ਅਸੀਂ ਸੱਚ ਨੂੰ ਸੱਚ ਕਹਿ ਦਿੱਤਾ ਤੇ ਸਾਨੂੰ ਸਟੇਜ ਤੇ ਬੋਲਣ ਨਹੀਂ ਦੇਣਾ। ਮੈਨੂੰ ਵੀ ਇਹ ਲੋਕਾਂ ਨੇ ਕਿਹਾ ਵੀ ਬਾਪੂ ਜੀ ਜੇ ਤੁਸੀਂ ਇਹਨਾਂ ਦਾ ਜਿਹੜੀ ਮੁਖਾਲਫਤ ਕਰਦੇ ਨਾ, ਇਹਨਾਂ ਨੇ ਤੁਹਾਨੂੰ ਆਪਣੀ ਸਟੇਜਾਂ ਤੇ ਬੋਲਣ ਨਹੀਂ ਦੇਣਾ, ਤੁਹਾਨੂੰ ਅਲੱਗ ਥਲੱਗ ਕਰ ਦੇਣਗੇ। ਮੈਂ ਕਿਹਾ ਵੀ ਮੈਂ ਕੋਈ ਪਹਿਲਾ ਸੰਘਰਸ਼ ਲੜ ਰਿਹਾ ਜਿਹੜਾ ਇਹ ਮੈਨੂੰ ਅਲੱਗ ਥਲੱਗ ਕਰ ਦੇਣਗੇ? ਮੇਰੇ ਪਿੱਛੇ 40 ਸਾਲ ਦਾ ਸੰਘਰਸ਼ ਹੈ, ਮੈਂ ਲੋਕਾਂ ਦੇ ਵਿੱਚ 40 ਸਾਲ ਦੇ ਸੰਘਰਸ਼, ਮੈਨੂੰ ਕਿਵੇਂ ਅਲੱਗ ਥਲੱਗ ਕਰ ਦੇਣਗੇ? ਤੇ ਮੈਨੂੰ ਲਾਲਚ ਕੋਈ ਨਹੀਂ ਇਹਨਾਂ ਦੀ ਸਟੇਜ ਦਾ, ਵੀ ਇਹਨਾਂ ਦੀ ਸਟੇਜ ਤੇ ਬੋਲ ਕੇ ਕੋਈ ਮੈਂ ਵੱਡਾ, ਇਹਨਾਂ ਦੀ ਸਟੇਜ ਕਰਕੇ ਥੋੜ੍ਹੀ ਮੈਂ ਕੋਈ ਵੱਡਾ ਹੋ ਜਾਣਾ ਵੀ ਮੈਂ ਇਹਨਾਂ ਦੀ ਸਟੇਜ ਤੇ ਬੋਲ ਰਿਹਾ ਤਾਂ ਮੈਨੂੰ ਲੋਕ ਜਾਣਦੇ। ਮੈਨੂੰ ਜਾਣਦੇ ਨੇ ਲੋਕ ਜਿੰਨੇ ਜਾਣਨੇ ਚਾਹੀਦੇ। ਬਾਪੂ ਜਿਸ ਤਰ੍ਹਾਂ ਤੁਹਾਡਾ ਕਹਿਣਾ ਹੈ ਕਿ ਜਿਹੜੀ ਮਤਲਬ ਕਿ ਅੰਦੋਲਨ ਤਾਂ ਲੜਿਆ ਜਿੱਤਿਆ ਗਿਆ, ਪਰ ਜਿਹੜੀ ਪ੍ਰਾਪਤੀ ਹੋਣੀ ਚਾਹੀਦੀ ਸੀ ਉਹਦਾ ਪ੍ਰਾਪਤੀ ਹੋਈ ਨਹੀਂ, ਇਹ ਮਤਲਬ ਤੁਸੀਂ ਕਹਿ ਰਹੇ ਹੋ। ਕਿਸ ਤਰ੍ਹਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਸੀ ਅੰਦੋਲਨ ਦੇ ਵਿੱਚੋਂ, ਕੀ ਨਿਕਲਣਾ ਚਾਹੀਦਾ ਸੀ ਜਿਹੜਾ ਰਹਿ ਗਿਆ ਜੀ ਤੁਹਾਡੇ ਮੁਤਾਬਕ? ਜਿੱਡਾ ਵੱਡਾ ਤਾਨਾਸ਼ਾਹ ਦੇਸ਼ ਦੇ ਗੱਦੀ ਤੇ ਬੈਠ ਗਿਆ ਹੁਣ, ਜੋ ਕੁਛ ਇਹਨੇ ਦੇਸ਼ ਦਾ ਕੀਤਾ ਹੈ ਹਾਲ, ਵੀ ਲੋਕਾਂ ਦੀ ਜ਼ੁਬਾਨਬੰਦੀ, ਲੋਕਾਂ ਦੇ ਅਧਿਕਾਰ, ਲੋਕਾਂ ਦੀਆਂ ਸੰਸਥਾਵਾਂ, ਸਾਡੇ 70 ਸਾਲ ਦੇ ਜਮ੍ਹਾਂ ਕੀਤੇ ਐਸੈਟਸ ਸਭ ਵੇਚ ਕੇ ਖਾ ਗਿਆ। 2 ਬੰਦਿਆਂ ਨੂੰ ਸਾਰਾ ਕੁਝ ਦੇਸ਼ ਵੇਚ ਕੇ ਉਹਨਾਂ ਦੀ ਝੋਲੀ 'ਚ ਪਾਤਾ। ਅਤੇ ਕੀ ਉਹਦੇ ਖਿਲਾਫ ਇਹ ਦੇਸ਼ ਵਿਆਪੀ ਅੰਦੋਲਨ ਜਿਹੜਾ ਉਹ ਸਿਰਫ 3 ਮੰਗਾਂ ਔਰ ਸਿਰਫ ਜੱਟਾਂ ਲਈ MSP, ਇਹੀ ਅੰਦੋਲਨ ਰਹਿ ਗਿਆ। ਇਹਦੀ ਤਾਂ ਤਖਤਾ ਪਲਟ ਦਾ ਅੰਦੋਲਨ ਸੀ ਇਹ ਅੰਦੋਲਨ ਮੋਦੀ ਦਾ, ਇਹਦਾ 24 ਦੀਆਂ ਚੋਣਾਂ ਦਾ ਕੀ ਹੈ, ਇਹ ਅੰਦੋਲਨ ਨੇ ਤਾਂ ਮੋਦੀ ਦਾ ਤਖਤਾ ਪਲਟ ਕਰ ਦੇਣਾ ਸੀ। ਚੋਣਾਂ ਇਹਨੂੰ ਧੂ ਕੇ ਲੈ ਆਉਣਾ ਸੀ ਲੋਕਾਂ ਨੇ ਅੰਦਰੋਂ। ਮਤਲਬ ਕਹਿਣ ਦਾ ਮਤਲਬ ਕਿ ਇੱਕ ਅੰਦੋਲਨ ਜਿਹੜਾ ਤਖਤ ਪਲਟ ਅੰਦੋਲਨ ਆਪਾਂ ਕਹਿ ਸਕਦੇ, ਇਹ ਚੋਣਾਂ ਤੱਕ ਸੀਮਤ ਰਹਿ ਗਿਆ, ਸਿਰਫ ਚੋਣਾਂ ਹੀ ਰੋਕ ਸਕਿਆ। ਸਿਰਫ ਚੋਣਾਂ ਹੀ ਰੋਕ ਸਕਿਆ, ਹੋਰ ਕੁਛ ਨਹੀਂ ਕਰ ਸਕਿਆ। ਜਿਹੜੀਆਂ ਚੋਣਾਂ ਦੇ ਵਿੱਚ ਸਾਡੀ ਕੋਈ ਭੂਮਿਕਾ ਨਹੀਂ ਹੈਗੀ। ਸਾਡੀ ਕੀ ਭੂਮਿਕਾ ਇਹਨਾਂ ਚੋਣਾਂ 'ਚ 2% ਵਾਲਿਆਂ ਦੀ? ਠੀਕ ਹੈ ਨਾ। ਮਤਲਬ ਕਿ ਐਡਾ ਵੱਡਾ ਅੰਦੋਲਨ ਕਰਕੇ, ਇੰਨਾ ਖਰਚਾ ਕਰਕੇ, ਇੰਨੇ ਲੋਕਾਂ ਦਾ ਤਾਮਝਾਮ, ਇੰਨੇ ਲੱਖਾਂ ਕਰੋੜਾਂ ਦੀ ਗੱਲ ਗਿਣਤੀ ਕਹਿ ਸਕਦੇ, ਕਰੋੜਾਂ ਰੁਪਈਆ, ਲੱਖਾਂ ਲੋਕ ਇੱਥੇ ਆਏ ਤੇ ਉਹ ਸਾਰੀ ਕੀਤੀ ਕਰਾਈ ਮਿਹਨਤ ਨੂੰ ਆਪਾਂ ਕਹਿ ਸਕਦੇ ਕਿ ਉਹ ਖੂਹ ਵਿੱਚ ਪੈ ਗਈ ਜੀ। ਨਹੀਂ, ਮੈਨੂੰ ਤਾਂ ਇੰਝ ਨਹੀਂ ਲੱਗਦਾ ਕੋਈ ਵੱਡੀ ਪ੍ਰਾਪਤੀ ਮੈਨੂੰ। ਠੀਕ ਹੈ, ਇਹਨਾਂ ਨੂੰ ਇਹ ਪ੍ਰਾਪਤੀ ਕਹੇ, ਇਹ ਇਸ ਨੂੰ ਪ੍ਰਾਪਤੀ ਪ੍ਰਚਾਰ ਸਕਦੇ ਆ ਵੀ ਅਸੀਂ ਜਿੰਨਾ ਮੰਗਾਂ ਨੂੰ ਲੈ ਕੇ ਅੰਦੋਲਨ ਕੀਤਾ ਸੀ ਅਸੀਂ ਉਹ ਮੰਗਣ ਮਨਵਾ ਲਈਏ। ਜੇ ਇਹਨਾਂ ਦੇ ਹਿਸਾਬ ਨਾਲ ਲੋਕ ਸੋਚਣਗੇ ਤੇ ਪ੍ਰਾਪਤੀ ਹੈ। ਜੇ ਇਸ ਅੰਦੋਲਨ ਦੀ ਬਰਾਡਨੈਸ ਨੂੰ ਵੇਖਣਗੇ, ਇਹਦੀ ਵਿਸ਼ਾਲਤਾ ਨੂੰ ਵੇਖਣਗੇ, ਜੇ ਇਹਨੂੰ ਮਿਲੇ ਸਮਰਥਨ ਨੂੰ ਵੇਖਣਗੇ, ਇਹ ਤੋਂ ਲਾਈਆਂ ਲੋਕਾਂ ਦੀਆਂ ਉਮੀਦਾਂ ਨੂੰ ਵੇਖਣਗੇ, ਤੇ ਫਿਰ ਅਸੀਂ ਕੁਛ ਵੀ ਹਾਸਲ ਨਹੀਂ ਕੀਤਾ। ਹੁਣ ਇਹ ਕਹਿੰਦੇ ਨੇ ਅਸੀਂ MSP ਲਈ ਬਹਿਣਾ ਜੀ, ਅਸੀਂ ਇਹ ਗੱਲਾਂ ਹੁਣ ਗੱਲਾਂ ਇਹ ਤੁਹਾਡੀਆਂ ਕੌਣ ਸੁਣੇਗਾ ਬਈ? ਹੁਣ ਵੀ ਮੈਂ ਇਹਨਾਂ ਨੂੰ ਕਿਹਾ ਵੀ ਜੇ ਸੱਚਮੁੱਚ ਤੁਹਾਨੂੰ ਲੱਗਦਾ ਹੈ ਲੜਨਾ ਹੈ ਤੇ ਇੱਕ ਫੇਜ਼ ਹੋ ਗਿਆ, ਇਹ ਫੇਜ਼ ਕਲੀਅਰ ਹੋ ਗਿਆ ਇਲੈਕਸ਼ਨ ਅੰਦੋਲਨ ਦਾ। ਜਿਹੜੀਆਂ ਤੁਹਾਡੀਆਂ ਮੰਗਾਂ ਸੀ ਤੁਸੀਂ ਮੰਨ ਲਈਆਂ, ਠੀਕ ਹੈ, ਉਹਨਾਂ ਮੰਨ ਲਈਆਂ। ਤੁਸੀਂ ਇਸ ਅਗਲੇ ਫੇਜ਼ ਵਾਸਤੇ ਲੜਾਈ ਤਿਆਰੀ ਕਰੋ। ਫਿਰ ਅਗਲਾ ਫੇਜ਼ ਜਿਹੜਾ ਲੜਨਾ ਹੈ ਉਹਦੀ ਤਿਆਰੀ ਕਰੋ। ਫਿਰ ਜੇ ਅਗਲੇ ਫੇਜ਼ ਲਈ ਹੁਣ ਟਾਈਮ ਨਹੀਂ ਹੈਗਾ। ਹੁਣ ਵਾਲਾ ਅੰਦੋਲਨ ਨੇ ਤੁਹਾਡੀਆਂ 2022 ਦੀਆਂ ਚੋਣਾਂ ਜੋਗਾ ਕੰਮ ਕਰਤਾ। ਹੁਣ ਅਗਲੀ ਲੜਾਈ ਹੋਣੀ 2024 ਦੇ ਇਲੈਕਸ਼ਨ ਵਾਸਤੇ, ਤੇ 2024 'ਚ ਹਲੇ 2.5 ਸਾਲ ਪਏ। ਤੁਸੀਂ ਕਿੰਨਾ ਕੁ ਚਿਰ ਲੋਕਾਂ ਨੂੰ ਥਕਾਈ ਜਾਓਗੇ, ਇੱਥੇ ਬਿਠਾਈ ਜਾਓਗੇ? ਵੀ ਤੁਸੀਂ ਆਪ ਹੀ ਸਰਕਾਰ ਦਾ ਕੰਮ ਕਰ ਦੋਗੇ ਵੀ ਲੋਕ ਥੱਕ ਕੇ ਅੱਕ ਕੇ ਭੱਜ ਜਾਣ ਤੇ ਅੰਦੋਲਨ ਫੇਲ ਹੋਇਆ ਮੰਨ ਲਿਆ ਜਾਵੇ। ਜਿਹੜੀ ਪ੍ਰਾਪਤੀ ਉਹਨੂੰ ਤੁਸੀਂ ਮਿੱਟੀ ਕਰਾ ਦੇਣਾ ਚਾਹੁੰਦੇ। ਜਿਹੜੀ ਇਸ ਅੰਦੋਲਨ ਦੀ ਪ੍ਰਾਪਤੀ ਆ, ਜੇ ਅਸੀਂ ਅੰਦੋਲਨ ਖਤਮ ਨਹੀਂ ਕਰਦੇ, ਅਸੀਂ ਵਾਪਸ ਨਹੀਂ ਜਾਂਦੇ, ਅਸੀਂ ਬਹਿ ਜਾਂਦੇ ਹਾਂ ਤੇ ਲੋਕ ਤਾਂ ਚਲੇ ਜਾਣਗੇ, ਠੀਕ ਹੈ ਨਾ। ਤੇ ਫਿਰ ਇਹ ਹੋਏਗਾ ਵੀ ਅੰਦੋਲਨ ਫੇਲ ਹੋ ਗਿਆ, ਇਹਨਾਂ ਮੰਗਾਂ ਮੰਨੀਆਂ ਦਾ ਕੋਈ ਮਤਲਬ ਨਹੀਂ ਰਿਹਾ ਤੇ ਅੰਦੋਲਨ ਫੇਲ ਹੋ ਗਿਆ। ਇਹ ਹੋਏਗਾ ਨਾ। ਤੇ ਜੇ ਸੱਚਮੁੱਚ ਤੁਸੀਂ ਇਮਾਨਦਾਰ ਹੋ, ਤੁਸੀਂ ਦੇਸ਼ ਲਈ ਤੁਸੀਂ ਕਹਿੰਦੇ ਅਸੀਂ ਦੇਸ਼ ਲਈ ਲੜਨਾ। ਹੁਣ ਸਾਨੂੰ ਸਿਧਾਂਤ ਸਮਝਾਉਂਦੇ ਸਿੱਖਾਂ ਨੂੰ ਵੀ ਸਿੱਖਾਂ ਨੂੰ ਦੇਸ਼ ਦੇ ਨਾਲ ਖੜਨਾ ਚਾਹੀਦਾ, ਅੱਧ ਵਿਚਾਲੇ ਛੱਡ ਕੇ ਨਹੀਂ ਭੱਜਣਾ ਚਾਹੀਦਾ। ਸਿੱਖ ਤੇ ਕਦੀ ਵੀ ਅੱਧ ਵਿਚਾਲੇ ਛੱਡ ਕੇ ਨਹੀਂ ਭੱਜੇ। ਪਰ ਸਿੱਖਾਂ ਦੇ ਸਾਨੂੰ ਜਿਹੜਾ ਤਜਰਬਾ ਹੋਇਆ ਸਾਲ ਦਾ, ਇਹ ਲੀਡਰਸ਼ਿਪ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦੀ। ਸਿੱਖ ਇਹਨਾਂ ਦੀ ਅਗਵਾਈ 'ਚ ਕੋਈ ਅੰਦੋਲਨ ਨਹੀਂ ਲੜ ਸਕਦੀ। ਜਿਹੜਾ ਨਵਾਂ ਕੋਈ ਅੰਦੋਲਨ ਦੇਸ਼ ਦਾ ਬਣਨਾ, ਦੇਸ਼ ਸਿੱਖਾਂ ਵੱਲ ਉਮੀਦ ਨਾਲ, ਮੈਨੂੰ ਪਤਾ ਸਿੱਖਾਂ ਵੱਲ ਦੇਸ਼ ਉਮੀਦ ਨਾਲ ਵੇਖਦਾ। ਜੇ ਦੇਸ਼ ਦੇ ਲਈ ਸੱਚਮੁੱਚ ਸਿੱਖਾਂ ਨੇ ਨਵੀਆਂ ਮੰਗਾਂ ਹੋਣਗੀਆਂ ਉਹਦੀਆਂ। ਹੁਣ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਕਦੇ ਇਸ ਤਰ੍ਹਾਂ ਦਾ ਅੰਦੋਲਨ ਵੱਡਾ ਹੋ ਸਕਦਾ, ਕਦੇ ਇਸ ਤਰ੍ਹਾਂ ਦਾ ਰੂਪ ਅੰਦੋਲਨ ਲੈ ਸਕਦਾ ਹੈ ਜੀ? ਦੇਖੋ, ਦੇਸ਼ ਨੂੰ ਲੋੜ ਆ ਅੰਦੋਲਨ ਦੀ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀ। ਦੇਸ਼ ਜਿਸ ਚਿੱਕੜ ਵਿੱਚ ਫਸ ਗਿਆ ਦੇਸ਼, ਉਹਦੇ ਵਿੱਚੋਂ ਨਿਕਲਣ ਲਈ ਅੰਦੋਲਨ ਹੀ ਇੱਕ ਰਸਤਾ ਹੈ। ਅੰਦੋਲਨ ਦੀ ਲੋੜ ਆ ਦੇਸ਼ ਨੂੰ। ਪਰ ਹੁਣ ਉਹ ਅੰਦੋਲਨ ਦੀ ਅਗਵਾਈ ਕੌਣ ਕਰਦਾ ਹੈ? ਕਿਹੋ ਜਿਹੇ ਚਿਹਰੇ ਨੇ, ਕਿਹੋ ਜਿਹੇ ਲੋਕ ਨੇ ਜਿਨ੍ਹਾਂ 'ਤੇ ਲੋਕ ਭਰੋਸਾ ਕਰਦੇ ਨੇ? ਉਹ ਅੰਦੋਲਨ ਅਲੱਗ ਤੋਂ ਸ਼ੁਰੂ ਹੋਏਗਾ, ਜੇ ਹੋਏਗਾ ਤਾਂ। ਇਸ ਅੰਦੋਲਨ ਦੀ ਹੁਣ
ਸਾਡੇ ਮਤਲਬ ਮੇਰੀ ਸਮਝ ਮੁਤਾਬਕ ਤੇ ਅੰਦੋਲਨ ਸਮਾਪਤ ਆ। ਇਹਨਾਂ ਦੀਆਂ ਜਥੇਬੰਦੀਆਂ ਦੇ ਅੰਦਰ ਵੀ ਇਹੋ ਜੂਥ ਖੜਕੀ ਜਾਂਦਾ ਵੀ ਸਾਰੇ ਭੱਜ ਜਾਣਾ ਚਾਹੁੰਦੇ ਆ, ਪਰ ਕੁਝ ਲੋਕ ਇਹ ਇਸ ਕਰਕੇ ਗੱਲਾਂ ਕਰਦੇ ਆ ਵੀ ਅਸੀਂ ਨਹੀਂ ਜਾਣਾ, ਵੀ ਉਹ ਇਹ ਕਹਿਣ ਵਾਸਤੇ ਆਪਣੀ ਪੋਜੀਸ਼ਨ ਫੇਸ ਸੇਵਿੰਗ ਵਾਸਤੇ ਵੀ ਜਦੋਂ ਸਾਰੇ ਭੱਜ ਗਏ ਅਸੀਂ ਤਾਂ ਉਦੋਂ ਆਏ ਜੀ। ਇੰਨੀ ਕੁ ਕਹਾਣੀ ਆ। ਤੇ ਹੁਣ ਮੇਰਾ ਆਖਰੀ ਸਵਾਲ ਹੈ ਜੀ, ਕੀ ਹੋਣਾ ਚਾਹੀਦਾ ਹੁਣ, ਜਿਸ ਤਰ੍ਹਾਂ ਚਲੋ ਜਿੱਦਾਂ ਵੀ ਆ ਪ੍ਰਾਪਤੀ ਹੋਈ ਜਾਂ ਹਰੇਕ ਦੀ ਤੁਸੀਂ ਆਪਣੇ ਹਿਸਾਬ ਨਾਲ ਦੱਸਿਆ ਕਿ ਪ੍ਰਾਪਤੀ ਕੋਈ ਜ਼ਿਆਦਾ ਵੱਡੀ ਨਹੀਂ ਹੋਈ ਹੈ ਨਾ, ਜਾਂ ਜਿਨ੍ਹਾਂ ਜਥੇਬੰਦੀਆਂ ਕਹਿੰਦੀਆਂ ਬਹੁਤ ਵੱਡੀ ਪ੍ਰਾਪਤੀ ਹੈ। ਜੇ ਹੁਣ ਆਪਾਂ ਨਿਹੰਗ ਸਿੰਘ ਜਥੇਬੰਦੀਆਂ ਦੀ ਵੀ ਗੱਲ ਕਰ ਲਈ, ਉਹ ਵੀ ਕਹਿੰਦੇ ਆ ਕਿ ਦੁਬਾਰਾ ਵੀ ਆਇਆ ਜਾ ਸਕਦਾ, ਆਪਾਂ ਜੇ ਅਗਰ MSP ਉੱਤੇ ਗੱਲਬਾਤ ਹੋਵੇ ਤਾਂ ਦੁਬਾਰਾ ਵੀ ਜਿਹੜਾ ਆਇਆ ਜਾ ਸਕਦਾ, ਕਿਉਂਕਿ ਦੁਬਾਰਾ ਵੀ ਤਿਆਰੀ ਕੀਤੀ ਜਾ ਸਕਦੀ ਇਸ ਤਰ੍ਹਾਂ ਇੱਕ ਵੱਡੇ ਅੰਦੋਲਨ ਦੀ। ਤੇ ਮੇਰਾ ਆਖਰੀ ਸਵਾਲ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਸੁਧਾਰਨ ਦੇ ਲਈ ਕਿਸਾਨਾਂ ਮਜ਼ਦੂਰਾਂ ਦੇ ਹਰ ਵਰਗ ਦੇ ਪੂਰੇ ਭਾਰਤ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੁਣ ਅੰਦੋਲਨ ਜਿਹੜਾ ਇਸ ਟਾਈਮ ਇੱਥੇ ਬੈਠੇ ਹੋਏ ਆ, ਇਹਦੇ ਬਾਅਦ ਦਾ ਅਗਲਾ ਸਟੈਪ ਕੀ ਹੋਣਾ ਚਾਹੀਦਾ ਤੁਹਾਡੇ ਮੁਤਾਬਿਕ? ਮੈਂ ਤਾਂ ਅਗਲੇ ਸਟੈਪ ਦੀ ਗੱਲ ਵਿਸਾਖੀ ਤੇ ਕਰਤੀ ਸੀ ਵੀ ਪੰਜਾਬ ਬਦਲ ਚਾਹੁੰਦਾ ਹੈ, ਔਰ ਜੇ ਬਦਲ ਪੰਜਾਬ ਨੂੰ ਇਸ ਮੋਰਚੇ ਨੇ ਕੋਈ ਬਦਲ ਪੰਜਾਬ ਨੂੰ ਨਹੀਂ ਦਿੱਤਾ ਤਾਂ ਪੰਜਾਬ ਦੇ ਲੋਕਾਂ ਦੀ ਮਜਬੂਰੀ ਹੋ ਜਾਏਗੀ। ਫਿਰ ਉਹ ਉਹਨਾਂ ਹੀ ਰਵਾਇਤੀ ਪਾਰਟੀਆਂ ਨਾਲ ਚਲੇ ਜਾਣਗੇ ਜਿਨ੍ਹਾਂ ਦੇ ਬਿਠਾਏ ਅਸੀਂ ਅੱਜ ਇੱਥੇ ਬੈਠੇ ਹਾਂ। ਅਤੇ ਅੱਜ ਤੁਹਾਡੇ ਸਾਹਮਣੇ ਹਾਲਾਤ ਵੇਖ ਲਓ ਵੀ ਪੰਜਾਬ ਦੇ ਵਿੱਚ ਕੋਲ ਕੋਈ ਬਦਲ ਨਹੀਂ ਹੈਗਾ। ਇਹ ਲੀਡਰਸ਼ਿਪ ਕ੍ਰੈਡੀਬਿਲਟੀ ਖੋ ਚੁੱਕੀ ਹੈ। ਇਹਨਾਂ ਨੇ ਪੰਜਾਬ 'ਚ ਹੁਣ ਬਦਲ ਬਣਨਾ ਨਹੀਂ। ਇਹਨਾਂ ਨੇ ਫਿਰ ਉਹੀ ਸਕ੍ਰਿਪਟ ਜਿਹੜੀ ਇਹਨਾਂ ਦੇ ਕੋਲੇ ਹੱਥ ਵਿੱਚ ਆਉਣੀ ਹੈ ਨਾ, ਉਹ ਸਕ੍ਰਿਪਟ ਦੇ ਆਧਾਰ 'ਤੇ ਪੰਜਾਬ ਵਿੱਚ ਕੰਮ ਕਰਨਾ ਹੈ। ਵੀ ਜਿਨ੍ਹਾਂ ਨੂੰ ਰਾਸ ਆਉਂਦਾ ਹੋਇਆ ਇਹਨਾਂ ਦੇ ਖੜਾ ਹੋਣਾ, ਉਹ ਇਹਨਾਂ ਨੂੰ ਖੜੇ ਕਰ ਲੈਣਗੇ, ਠੀਕ ਹੈ, ਔਰ ਆਰਾਮ ਨਾਲ ਪੰਜਾਬ ਦੀ ਸੱਤਾ 'ਤੇ ਫਿਰ ਉਹੀ ਲੋਕ ਮੁੜ ਕੇ ਵਾਪਸ ਆ ਜਾਣਗੇ। ਚੋਣਾਂ 'ਚ ਜਿਸ ਤਰ੍ਹਾਂ ਮੂਹਰੇ 2022 ਦੀਆਂ ਚੋਣਾਂ ਵੀ ਆ ਰਹੀਆਂ ਆ, ਕੀ ਲੱਗਦਾ ਅਗਰ ਕਿਸਾਨ ਜਿਹੜੇ ਲੀਡਰਸ਼ਿਪ ਮੂਹਰੇ ਅਗਰ ਵੋਟਾਂ ਦੇ ਵਿੱਚ ਇਹ ਖੜਦੀ ਆ, ਇੱਕ ਪਾਰਟੀ ਬਣਾਉਂਦੀ ਆ, ਤਾਂ ਕੁਝ ਕਿਸਾਨਾਂ ਦਾ ਹੱਲ ਹੋ ਸਕਦਾ, ਜਾਂ ਫਿਰ ਕੀ ਵਿਊ ਬਣਦਾ ਜੀ ਇਹਨਾਂ ਦੇ ਵੋਟਾਂ ਨੂੰ ਲੈ ਕੇ ਜੀ? ਤੁਹਾਨੂੰ ਕੀ ਲੱਗਦਾ ਹੈ ਜੀ? ਦੇਖੋ, ਜਿਹੜੀ ਗੱਲ ਮੈਂ ਪਹਿਲਾਂ ਹੁਣੇ ਵੀ ਕਹੀ ਆ ਵੀ ਬਦਲ ਤਾਂ ਪੰਜਾਬ ਚਾਹੁੰਦਾ ਹੈ, ਔਰ ਬਦਲ ਨਿਕਲ ਸਕਦਾ ਸੀ। ਇਦੋਂ ਵਧੀਆ ਕੋਈ ਇਹ ਇਕੱਲੇ ਪੰਜਾਬ ਦਾ ਬਦਲ ਨਹੀਂ, ਪੂਰੇ ਦੇਸ਼ ਦਾ ਬਦਲ ਇਸ ਅੰਦੋਲਨ 'ਚੋਂ ਨਿਕਲਦਾ ਸੀਗਾ, ਜਿਹੜਾ ਇਹਨਾਂ ਨੇ ਨਹੀਂ ਨਿਕਲਣ ਦਿੱਤਾ। ਜੇ ਇਹਨਾਂ ਨੇ ਨਹੀਂ ਨਿਕਲਣ ਦਿੱਤਾ ਤਾਂ ਹੁਣ ਮਹੀਨੇ 2 ਮਹੀਨਿਆਂ ਦੇ ਵਿੱਚ ਕੀ ਕਰ ਦੇਣਗੇ? ਕਿਹੜਾ ਬਦਲ ਦੇ ਦੇਣਗੇ? ਬਦਲ ਕੀ ਦੇਣਾ ਹੈ? ਤੇ ਇੱਥੇ ਸਾਨੂੰ ਸਾਡੇ ਸਾਹਮਣੇ ਨਿੱਤ ਨਵੀਆਂ ਖਬਰਾਂ ਆਉਂਦੀਆਂ ਵੀ ਕਿਸੇ ਦੀ ਕੇਜਰੀਵਾਲ ਦਾ ਚਿਹਰਾ ਬਣਨ ਦੀ ਇੱਛਾ ਹੈ, ਕਿਸੇ ਦੀ ਕਾਂਗਰਸ ਨਾਲ ਟਾਈ ਹੈਗੀ ਆ, ਕਿਸੇ ਦੀ ਮੋਦੀ ਸਾਹਿਬ ਨਾਲ ਹੈ ਗਿਟਮਿਟ। ਤੇ ਗੁਰਨਾਮ ਸਿੰਘ ਚੜੂਨੀ ਬਾਰੇ ਕੀ ਕਹਿਣਾ ਹੈ ਜੀ? ਉਹ ਵੀ ਮਿਸ਼ਨ ਪੰਜਾਬ ਲੈ ਕੇ ਚੱਲੇ ਹੋਏ ਆ, ਕਿਸਾਨਾਂ ਦੀ ਪਾਰਟੀ ਬਣਾਉਣਾ ਚਾਹੁੰਦੇ, ਕਿਸਾਨਾਂ ਲਈ ਚੋਣ ਲੜਨਾ ਚਾਹੁੰਦੇ ਆ ਜੀ ਪੰਜਾਬ ਦੇ ਵਿੱਚ। ਦੇਖੋ, ਇਹ ਹੁਣ ਪੰਜਾਬ ਦੇ ਲੋਕ ਤੈਅ ਕਰਨ ਵੀ ਉਹਨਾਂ ਨੇ ਚੜੂਨੀ ਸਾਹਿਬ ਨਾਲ ਜਾਣਾ ਕਿ ਕਿਹਦੇ ਨਾਲ ਜਾਣਾ। ਕਿਉਂਕਿ ਦੇਖੋ, ਚੜੂਨੀ ਸਾਹਿਬ ਦਾ ਪੰਜਾਬ ਵਿੱਚ ਜਾ ਕੇ ਇਹ ਕਹਿਣਾ ਮਿਸ਼ਨ 2022, ਇਸ ਤੋਂ ਵੱਡਾ ਇਹਨਾਂ ਲੀਡਰਸ਼ਿਪ ਦੇ ਸਵਾਲੀਆ ਨਿਸ਼ਾਨ ਹੋਰ ਕੀ ਹੋ ਸਕਦਾ? ਵੀ ਇੱਕ ਹਰਿਆਣੇ ਦਾ ਕਿਸਾਨ ਯੂਨੀਅਨ ਦਾ ਲੀਡਰ, ਜਿਹਦਾ ਕੋਈ ਬਹੁਤ ਵੱਡੇ ਸੰਘਰਸ਼ਾਂ ਦਾ ਕੋਈ ਪਿਛਲਾ ਇਤਿਹਾਸ ਰਿਕਾਰਡ ਨਹੀਂ ਹੈਗਾ ਕਿਸਾਨ ਯੂਨੀਅਨਾਂ ਤੋਂ ਇਲਾਵਾ, ਉਹ ਤਾਂ ਜਾ ਕੇ ਪੰਜਾਬ ਮਿਸ਼ਨ 2022 ਦੀ ਗੱਲ ਕਰਦਾ। ਉਹ ਤਾਂ ਹੀ ਕਰਦਾ ਨਾ, ਮੈਦਾਨ ਖਾਲੀ ਹੈ, ਉਹ ਤਾਂ ਹੀ ਕਰਦਾ ਨਾ ਕੀ ਇਹਨਾਂ ਨੇ ਕੋਈ ਪੰਜਾਬ ਨੂੰ ਬਦਲ ਨਹੀਂ ਦਿੱਤਾ। ਨਹੀਂ, ਚੜੂਨੀ ਉੱਥੇ ਜਾ ਕੇ, ਚੜੂਨੀ ਦਾ ਕੀ ਆ ਪੰਜਾਬ 'ਚ ਜੀ? ਵੀ ਲੋਕ ਜੇ ਚੜੂਨੀ ਨਾਲ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਨਹੀਂ ਕੋਈ ਬਦਲ ਦਿਸਦਾ, ਤਾਂ ਚੜੂਨੀ ਨਾਲ ਤੁਰੇ ਫਿਰਦੇ ਆ ਨਾ। ਜੇ ਲੋਕਾਂ ਨੂੰ ਸੱਚਮੁੱਚ ਕੋਈ ਪੰਜਾਬ ਦਾ ਬਦਲ ਦਿਸਦਾ ਹੁੰਦਾ ਤਾਂ ਚੜੂਨੀ ਉੱਥੇ ਕੀ ਹੁੰਦਾ ਫਿਰ? ਠੀਕ ਹੈ ਨਾ। ਇਹ ਸਾਰੀਆਂ ਗੱਲਾਂ ਹੈਗੀਆਂ ਭਾਈ, ਇਹ ਪਰ ਕੌੜੀਆਂ ਗੱਲਾਂ ਨਹੀਂ ਕਰਨੀਆਂ, ਬੜੀਆਂ ਔਖੀਆਂ। ਕੋਈ ਕਰਦਾ ਨਹੀਂ। ਮੂੰਹ ਰੱਖ, ਅਸੀਂ ਆਪਾਂ ਕਹਿੰਦੇ ਮੂੰਹ ਰੱਖ, ਔਰ ਸੱਚਮੁੱਚ ਮੂੰਹ ਰੱਖ ਦਾ ਜਿਹੜਾ ਸਹੀ ਅਰਥ ਹੈ ਨਾ, ਉਹ ਹੈਗਾ ਮੂਰਖ। ਅਸੀਂ ਮੂੰਹ ਰੱਖਾਂ, ਸਾਨੂੰ ਮੂਰਖ ਬਣਾ ਜਾਂਦੇ ਨੇ ਲੋਕ। ਐਵੇਂ ਵੀ ਕੋਈ ਹੁਣ ਫੇਰ ਬਣਾ ਜੂਗਾ 2022 'ਚ। ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਬਾਪੂ ਹਰਦੀਪ ਸਿੰਘ ਡੇਵੜਵਾ ਜੀ ਜੁੜੇ ਹੋਏ ਨੇ, ਜੋ ਆਪਣਾ ਤਜਰਬਾ ਰਿਹਾ ਇਹਨਾਂ ਦਾ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸੀ। ਪੋਤਰੇ ਦੀ ਸ਼ਹਾਦਤ ਵੀ ਜਿਹੜੀ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਹੋਈ ਸੀ, ਪਰ ਸਭ ਤੋਂ ਵੱਡਾ ਇਹਨਾਂ ਦਾ ਸਵਾਲ ਵੀ ਹੈ ਕਿ ਪੰਜਾਬ ਜੋ ਬਦਲ ਚਾਹੁੰਦਾ, ਸਿਰਫ ਅੰਦੋਲਨ ਐਡਾ ਵੱਡਾ ਅੰਦੋਲਨ ਹੋਇਆ, ਕਰੋੜਾਂ ਰੁਪਏ ਦਾ ਖਰਚਾ ਆਇਆ, ਸ਼ਹਾਦਤਾਂ ਵੀ ਹੋਈਆਂ, ਲੋਕ ਆਏ ਗਏ, ਕਿੱਡਾ ਵੱਡਾ, ਕਿੰਨੀਆਂ ਚੀਜ਼ਾਂ ਇਸ ਅੰਦੋਲਨ 'ਚੋਂ ਨਿਕਲੀਆਂ, ਪਰ ਜਿਹੜਾ ਅੰਦੋਲਨ ਆ ਇੱਕ ਸੀਮਤ ਹੋ ਕੇ ਰਹਿ ਗਿਆ। ਸਿਰਫ ਜੋ ਸੈਂਟਰ ਦੀ ਗੌਰਮੈਂਟ, ਜਿਹੜੀ ਇੱਕ ਫਾਸੀਵਾਦੀ ਗੌਰਮੈਂਟ ਸੀ, ਉਸਨੂੰ ਸਿਰਫ ਇੱਕ ਉਸਨੇ ਚੋਣਾਂ ਤੱਕ ਰੋਕਣ ਤੱਕ ਇਸ ਅੰਦੋਲਨ ਨੂੰ ਸੀਮਤ ਰੱਖਤਾ, ਜਦ ਕਿ ਇਸ ਅੰਦੋਲਨ ਦੀ ਬਹੁਤ ਵੱਡੀ ਜਿਹੜੀ ਆ ਹੋਰ ਕਾਮਯਾਬੀ ਹੋਣੀ ਚਾਹੀਦੀ। ਇਸ ਅੰਦੋਲਨ ਨੂੰ ਜਿਹੜਾ ਹੋਰ ਅੱਗੇ ਲਿਜਾਣਾ ਜ਼ਰੂਰੀ ਸੀ। ਸੋ ਕੈਮਰਾਮੈਨ ਦੀਪਕ ਦੇ ਨਾਲ ਅਮਨਦੀਪ ਸਿੰਘ ਗੜੀ, ਜਿੰਦਾਬਾਦ ਚੈਨਲ, ਸਿੰਘੂ ਬਾਰਡਰ, ਦਿੱਲੀ।